हेलो हाँ जी बच्चों, ਹੁਣ ਅਸੀਂ ਇਮਿਊਨਿਟੀ ਦਾ ਅਗਲਾ ਹਿੱਸਾ ਐਕਵਾਇਰਡ ਇਮਿਊਨਿਟੀ ਤੱਕ ਅਸੀਂ ਪਹਿਲਾਂ ਕਰ ਲਿਆ। ਹੁਣ ਉਸ ਤੋਂ ਉਹਦਾ ਅਗਲਾ ਹਿੱਸਾ ਜਿਹੜਾ ਹੈਗਾ ਉਹ ਕਰਨ ਜਾ ਰਹੇ ਹਾਂ। ਮੈਂ ਬਲਜਿੰਦਰ ਕੌਰ, ਲੈਕਚਰਰ ਬਾਇਓ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਧਨੌਲਾ ਬਰਨਾਲਾ। ਤੇ ਹੁਣ ਅਸੀਂ ਜਿਹੜਾ ਹੈਗਾ ਕਰਨ ਜਾ ਰਹੇ ਹਾਂ ਐਂਟੀਜਨ ਪ੍ਰੈਜ਼ੈਂਟਿੰਗ ਸੈਲਸ। एंटीजन बारे असी पहला कर चुके हैं। एंटीजन कोई भी इहो जी बॉडी हैगी आ, कोई भी इहो जिहा मॉलीक्यूल हैगा जिहड़ा कि साडी बॉडी के अंदर एंटर करता है। पैथोजेंस लिविंग्स जिहड़े स्ट्रक्चर्स होंदियां ने उन्हां नूं कह दिंदे आ डिजीज़ कॉजिंग एजेंट्स। ते एंटीजन जिहड़े कि टॉक्सिन्स जहरां ने जिहड़ियां वो छड्डदे ने ਜਾਂ नुकसानदायक, ਉਹਨਾਂ ਦਾ ਕੋਈ ਨਾ ਕੋਈ ਹਿੱਸਾ ਜਿਹੜਾ ਉਹ ਨੁਕਸਾਨਦਾਇਕ ਹੁੰਦਾ ਵਾ। ਸੋ ਪ੍ਰੋਟੀਨਸ ਜਿਹੜੇ ਹੈਗੇ ਨੇ ਉਹ ਬਣਾਉਂਦੇ ਨੇ ਜਾਂ ਜਿਹੜੇ ਐਂਟੀਬਾਡੀਜ਼ ਨੂੰ ਸਟਿਮੂਲੇਟ ਕਰਦੇ ਨੇ ਸਾਡੀ ਬਾਡੀ ਦੇ ਅੰਦਰ। ਜੋ ਵੀ ਐਂਟੀਜਨ ਸਾਡੀ ਬਾਡੀ ਦੇ ਅੰਦਰ ਸਾਡੇ ਬੀ ਲਿੰਫੋਸਾਈਟਸ ਨੂੰ ਸਟਿਮੂਲੇਟ ਕਰਦੇ ਨੇ ਐਂਟੀਬਾਡੀਜ਼ ਬਣਾਉਣ ਵਾਸਤੇ, ਤਾਂ ਉਹਨੂੰ ਅਸੀਂ ਐਂਟੀਜਨ ਕਹਿੰਦੇ ਹਾਂ। ਹੁਣ ਇੱਥੇ ਜਿਹੜਾ ਟੌਪਿਕ ਹੈਗਾ ਉਹ ਐਂਟੀਜਨ ਪ੍ਰੈਜ਼ੈਂਟਿੰਗ ਸੈਲਸ। ਜਿਹੜੇ ਐਂਟੀਜਨ ਹੈਗੇ ਨੇ ਉਹਨਾਂ ਨੂੰ ਕਿਵੇਂ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਪੇਸ਼ ਕੀਤਾ ਜਾਊਗਾ। ਤਾਂ ਕੁਝ ਸੈੱਲ ਇਹੋ ਜਿਹੇ ਨੇ ਜਿਹੜੇ ਕਿ ਹੈਲਪਰ ਟੀ ਸੈਲਸ ਨੂੰ ਐਂਟੀਜਨਸ ਨੂੰ ਪ੍ਰੈਜ਼ੈਂਟ ਕਰਦੇ ਨੇ, ਉਹਨਾਂ ਨੂੰ ਪੇਸ਼ ਕਰਦੇ ਨੇ, ਕਿਉਂਕਿ ਉਹ ਵੱਡੇ ਨੇ ਸਾਈਜ਼ ਦੇ ਵਿੱਚ। ਸੋ ਇਸ ਕਰਕੇ ਵੱਡੇ ਪ੍ਰੋਟੀਨਸ ਹੈਗੇ ਨੇ ਉਹਨਾਂ ਨੂੰ ਪਛਾਣਿਆ ਨਹੀਂ ਜਾਂਦਾ, ਕਿਉਂਕਿ ਇਹ ਜਿਹੜੇ ਹੈਲਪਰ ਟੀ ਸੈਲ ਨੇ ਉਹ ਇਕੱਲੇ ਪੈਪਟਾਈਡਸ ਨੂੰ ਹੀ ਪਹਿਚਾਣਦੇ ਨੇ, ਖਾਸ ਤਰ੍ਹਾਂ ਦੇ ਪੈਪਟਾਈਡਸ ਨੂੰ ਪਹਿਚਾਣਦੇ ਹੈਗੇ ਨੇ। ਸੋ ਇਸ ਕਰਕੇ ਐਂਟੀਜਨਸ ਜਿਹੜੇ ਹੈਗੇ ਨੇ ਵੱਡੇ ਪ੍ਰੋਟੀਨਸ ਹੈਗੇ ਨੇ ਉਹਨਾਂ ਨੂੰ ਪਹਿਲਾਂ ਤੋੜਨਾ ਪੈਂਦਾ। ਸੋ ਉਹਨਾਂ ਨੂੰ ਤੋੜ ਕੇ ਉਹਨਾਂ ਦੇ ਟੋਟੇ ਕਰਕੇ ਫਿਰ ਉਹਨਾਂ ਦਾ ਜਿਹੜਾ ਰੈਕੋਗਨੀਸ਼ਨ ਪਾਰਟ ਹੈਗਾ ਉਹਨੂੰ ਬਾਹਰ ਉਭਾਰਦੇ ਹੈਗੇ ਨੇ, ਜਿਹਨੂੰ ਕਿ ਹੈਲਪਰ ਟੀ ਸੈਲ ਨੇ ਜਿਹੜੇ ਉਹ ਪਛਾਣ ਲੈਂਦੇ ਨੇ ਤੇ ਪਛਾਣ ਕੇ ਲੈ ਜਾਂਦੇ ਨੇ ਕੈਪਚਰ ਕਰਕੇ। ਹੁਣ ਇੱਥੇ ਤੁਸੀਂ ਦੇਖੋ ਵੀ ਇਹਦਾ ਜਿਹੜਾ ਹੈ ਹੈਲਪਰ ਟੀ ਸੈਲ ਕੈਨ ਆਈਡੈਂਟੀਫਾਈ ਓਨਲੀ ਪੈਪਟਾਈਡਸ ਬਟ ਐਂਟੀਜਨਸ ਦੇ ਆਰ ਲਾਰਜ ਪ੍ਰੋਟੀਨਸ। ਸੋ ਕੱਲੇ ਪੈਪਟਾਈਡਸ ਨੂੰ ਪਹਿਚਾਣਦੇ ਨੇ। ਪੈਪਟਾਈਡਸ ਜਿਹੜੇ ਤੁਸੀਂ ਪੜ੍ਹ ਚੁੱਕੇ ਹੋ ਪਹਿਲਾਂ 6ਵੇਂ ਲੈਸਨ ਦੇ ਵਿੱਚ, ਕੀ ਹੁੰਦੇ ਨੇ ਕਿ ਲੜੀਆਂ ਹੁੰਦੀਆਂ ਨੇ ਲੰਬੀਆਂ ਅਮੀਨੋ ਐਸਿਡਸ ਦੀਆਂ। ਸੋ ਉਹਨਾਂ ਨੂੰ ਪਹਿਚਾਣਦੇ ਨੇ। ਤਾਂ ਉਹਨਾਂ ਤੋਂ ਅੱਗੇ ਜਿਹੜੇ ਹੈਗੇ ਨੇ ਵੱਡੇ ਸਾਈਜ਼ ਦੇ ਵਿੱਚ ਹੋਰਾਂ ਦੇ ਨਾਲ ਰਲ ਕੇ ਪ੍ਰੋਟੀਨਸ ਜਿਹੜੇ ਹੈਗੇ ਨੇ ਉਹ ਬਣਦੇ ਨੇ। ਤਾਂ ਇੱਥੇ ਇਕੱਲੇ ਪੈਪਟਾਈਡਸ ਨੂੰ ਪਹਿਚਾਣਦੇ ਨੇ, ਮਤਲਬ ਉਹਨਾਂ ਦੇ ਕਿਸੇ ਹਿੱਸੇ ਨੂੰ ਹੀ ਸਿੰਪਲ ਫਾਰਮ ਦੇ ਵਿੱਚ ਪਹਿਚਾਣਦੇ ਨੇ। ਵੱਡੇ ਪ੍ਰੋਟੀਨਸ ਉਹਨਾਂ ਦੀ ਸਮਝ ਤੋਂ ਬਾਹਰ ਨੇ। ਸੋ ਇਹਦੇ ਵਾਸਤੇ ਹੈਂਸ ਥੀਸ ਐਂਟੀਜਨਸ ਦੇ ਆਰ ਪ੍ਰੋਸੈਸਡ। ਸੋ ਇਹਨਾਂ ਦੀ ਪ੍ਰੋਸੈਸਿੰਗ ਕਰਨੀ ਪੈਂਦੀ ਹੈ ਬਾਏ ਸਪੈਸ਼ਲਾਈਜ਼ਡ ਐਂਟੀਜਨ ਪ੍ਰੈਜ਼ੈਂਟਿੰਗ ਸੈਲਸ। ਸੋ ਇਹ ਖਾਸ ਤਰ੍ਹਾਂ ਦੇ ਸੈੱਲ ਨੇ ਐਂਟੀਜਨ ਜਿਹੜੇ ਕਿ ਪੇਸ਼ ਕਰਨਗੇ ਐਂਟੀਜਨ ਹੈਲਪਰ ਟੀ ਸੈਲ ਨੂੰ ਵੀ ਇਹ ਕੌਣ ਹੈਗਾ ਉਹਦੀ ਪਹਿਚਾਣ ਕਰਾਉਣਗੇ। ਸੋ ਇਹਦੇ ਵਾਸਤੇ ਉਹਨਾਂ ਨੂੰ ਕੀ ਕਰਨਾ ਪੈਣਾ, ਦਿਸ ਇਜ਼ ਦ ਐਂਟੀਜਨ। ਤਾਂ ਇੱਥੇ ਐਂਟੀਜਨ ਜਿਹੜਾ ਹੈਗਾ ਇਹ ਐਂਟੀਜਨ ਹੈ, ਇਹ ਮੈਕਰੋਫੇਜ ਹੈ। ਸੋ ਐਂਟੀਜਨ ਜਿਹੜਾ ਹੈਗਾ ਇਸ ਨੂੰ ਮੈਕਰੋਫੇਜ ਨੇ ਇਨਗਲਫ ਕਰਨਾ, ਖਾ ਜਾਣਾ, ਅੰਦਰ ਨਿਗਲ ਜਾਣਾ। ਵੱਡੇ ਸੈੱਲ ਨੇ ਟਿਸ਼ੂਆਂ ਦੇ ਅੰਦਰ ਪਏ ਨੇਗੇ, ਉਹ ਇਹਨੂੰ ਐਂਟੀਜਨ ਨੂੰ ਨਿਗਲ ਜਾਂਦੇ। ਹੁਣ ਇਹ ਜਿਹੜਾ ਹੈਗਾ ਉਧਰੋਂ ਲਾਈਸੋਸੋਮ ਕੋਲੇ ਹਾਈਡਰੋਲਾਈਟਿਕ ਐਂਜ਼ਾਈਮਸ ਹੁੰਦੇ ਨੇ ਜਿਹੜੇ ਕਿ ਤੋੜ ਦਿੰਦੇ ਨੇ। ਸੋ ਇਹ ਜਦੋਂ ਇਹ ਦੋਨੇ ਮਿਕਸ ਹੋ ਜਾਂਦੇ ਨੇ ਤਾਂ ਇਹ ਇੱਕ ਨਵਾਂ ਜਿਹੜਾ ਹੈਗਾ ਫੈਗੋਸਾਈਟ ਬਣਾਉਂਦੇ। ਤਾਂ ਇੱਥੇ ਜਿਹੜਾ ਹੈਗਾ ਇਹ ਦੋਨੇ ਮਿਲ ਗਏ ਨੇ ਐਂਜ਼ਾਈਮ ਤੇ ਐਂਟੀਜਨ। ਤਾਂ ਇੱਕ ਵੈਕਿਊਲ ਬਣ ਗਿਆ, ਫੂਡ ਵੈਕਿਊਲ ਬਣ ਗਿਆ ਤੇ ਫੈਗੋਸਾਈਟੋਸਿਸ ਹੋ ਰਹੀ ਹੈ ਇਹਦੇ ਅੰਦਰ। ਤਾਂ ਉਹ ਫੂਡ ਜਿਹੜਾ ਹੈਗਾ ਐਂਟੀਜਨ ਜਿਹੜਾ ਹੈਗਾ ਐਂਜ਼ਾਈਮਸ ਨੇ ਜਿਹੜੇ ਲਾਈਸੋਜ਼ਾਈਮਸ ਨੇ ਜਿਹੜੇ ਇਹਨੂੰ ਤੋੜ ਦੇਣਗੇ ਤੇ ਉਹਦੇ ਜਿਹੜੇ ਟੁਕੜੇ ਹੈਗੇ ਨੇ ਫ੍ਰੈਗਮੈਂਟਸ, ਇਹ ਛੋਟੇ ਛੋਟੇ ਫ੍ਰੈਗਮੈਂਟਸ ਦੇ ਵਿੱਚ ਆ ਗਿਆ
ਤੇ ਫਿਰ ਉਸ ਤੋਂ ਬਾਅਦ ਉਹਦਾ ਇੱਕ ਖਾਸ ਜਿਹੜਾ ਪ੍ਰੋਟੀਨ ਹੈ ਪੈਪਟਾਈਡ ਜਿਹੜੀ ਚੇਨ ਹੈਗੀ ਆ ਉਹ ਇੱਕ ਫਲੈਗ ਵਾਂਗੂ ਉੱਪਰ ਬਾਹਰ ਉਹਨੂੰ ਉਭਾਰ ਦਿੰਦਾ ਲੈ ਕੇ ਆਉਂਦਾ ਗਾ ਜਿਹਨੂੰ ਕਿ ਹੈਲਪਰ ਟੀ ਸੈੱਲ ਹੈ ਜਿਹੜਾ ਉਹ ਪਹਿਚਾਣ ਸਕਦਾ। ਸੋ ਹੈਲਪਰ ਟੀ ਸੈੱਲ ਹੈ ਜਿਹੜਾ ਉਹਨੂੰ ਲੈ ਕੇ ਉਹਨਾਂ ਕੋਲੇ ਫਿਰ ਉਹਨੇ ਅੱਗੇ ਚਲੇ ਜਾਣਾ ਗਾ ਇਸ ਨੂੰ ਕਰਨ ਵਾਸਤੇ ਨੈਚੁਰਲ ਕਿਲਰ ਸੈੱਲਸ। ਸੋ ਹੈਲਪਰ ਟੀ ਸੈੱਲ ਜਿਹੜਾ ਹੈਗਾ ਦੇਖੋ ਇਹ ਦੋ ਤਰ੍ਹਾਂ ਨਾਲ ਕੰਮ ਕਰੂਗਾ ਕਿਉਂਕਿ ਸਾਨੂੰ ਜਿਹੜੀ ਇਮਿਊਨਿਟੀ ਹੈ ਉਹ ਦੋ ਢੰਗਾਂ ਨਾਲ ਮਿਲਦੀ ਹੈ ਜਾਂ ਤਾਂ ਐਂਟੀਬਾਡੀਜ਼ ਦੇ ਨਾਲ ਜਾਂ ਸੈੱਲਾਂ ਦੇ ਨਾਲ। ਸੋ ਜੇ ਤਾਂ ਐਂਟੀਬਾਡੀਜ਼ ਦੇ ਨਾਲ ਉਹਨੇ ਕੰਮ ਕਰਨਾ ਹੈਗਾ ਤਾਂ ਪਲਾਜ਼ਮਾ ਬੀ ਸੈੱਲਾਂ ਕੋਲੇ ਲੈ ਕੇ ਜਾਊਗਾ ਜਿਹਨੂੰ ਉਹ ਪਹਿਚਾਣ ਲੈਣਗੇ ਤੇ ਐਂਟੀਬਾਡੀਜ਼ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਡਿਊਸ ਹੋਣਗੀਆਂ। ਦੈਨ ਸੈਕੰਡ ਜਿਹੜਾ ਹੈਗਾ ਤੁਹਾਨੂੰ ਉਹ ਹੈਗਾ ਵੀ ਹੈਲਪਰ ਨੈਚੁਰਲ ਕਿਲਰ ਸੈਲਸ ਕੋਲੇ ਜਾਂਦਾ ਹੈ। ਇਹਨਾਂ ਦੀ ਹੈਲਪ ਕਰਦਾ ਟੂ ਪ੍ਰੋਡਿਊਸ ਪਰਫੋਰੈਂਸ। ਤਾਂ ਉਹ ਪਰਫੋਰੈਂਸ ਪ੍ਰੋਡਿਊਸ ਕਰਦੇ ਨੇ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਵੀ ਜਿਹੜੇ ਪਰਫੋਰੈਂਸ ਹੈਗੇ ਨੇ ਉਹ ਕੀ ਕਰਦੇ ਨੇ ਪਲਾਜ਼ਮਾ ਮੈਂਬਰੇਨ ਦੇ ਅੰਦਰ ਸੁਰਾਖ ਕਰ ਦਿੰਦੇ ਨੇ। ਦੇ ਪ੍ਰੋਡਿਊਸ ਪੋਰਸ ਇਨ ਦ ਪਲਾਜ਼ਮਾ ਮੈਂਬਰੇਨ। ਸੋ ਵਾਟਰ ਜਿਹੜਾ ਹੈਗਾ ਰਸ਼ਿਸ ਇਨਸਾਈਡ ਦ ਸੈਲ ਨਾ ਤਾਂ the cell swells up and burst. So cytolysis takes place. ਤਾਂ ਇੱਥੇ cytolysis ਹੋ ਜਾਂਦੀ ਹੈ ਤੇ ਜਿਹੜਾ ਐਂਟੀਜਨ ਹੈਗਾ ਉਹ ਉੱਡ ਜਾਂਦਾ ਤੇ ਖਤਮ ਹੋ ਜਾਂਦਾ। ਇਹਨੂੰ ਦੇਖੋ ਸਪਸ਼ਟ ਕੀਤਾ ਹੋਇਆ these engulf antigens and break proteins into peptides। ਇੱਥੇ engulf ਕਰ ਲਿਆ ਨੇ ਮੈਕਰੋਫੇਜਸ ਨੇ ਤੇ ਇਹਨੂੰ ਐਂਟੀਜਨ ਨੂੰ ਕਾਹਦੇ ਚ ਤੋੜਦਾ ਪੈਪਟਾਈਡਸ ਦੇ ਵਿੱਚ ਤੋੜਦਾ। So these peptides now come out on the surface of antigen presenting cells। ਹੁਣ ਇਹ ਜਿਹੜੇ ਹੈਗੇ ਬਾਹਰਲੇ ਪਾਸੇ ਆ ਗਏ ਸੈੱਲ ਦੇ ਬਾਹਰਲੇ ਪਾਸੇ ਆ ਗਿਆ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਹੈ ਜਿਹੜਾ ਇਹਦੇ ਬਾਹਰਲੇ ਪਾਸੇ ਆ ਜਾਂਦਾ ਪੈਪਟਾਈਡਸ ਖਾਸ ਤਰ੍ਹਾਂ। ਸੋ these send co-stimulatory signals। ਤਾਂ ਸਟਿਮੂਲੇਟ ਕਰਦੇ ਨੇ ਸਿਗਨਲਸ ਭੇਜਦੇ ਨੇ that are responsible for helper T cell activation। ਹੁਣ ਇੱਥੇ ਫਲੈਗ ਮੀਨਸ ਦੂਰੋਂ ਝੰਡਾ ਝੂਲਦਾ ਨਜ਼ਰ ਆਉਂਦਾ ਹੈਗਾ ਦਿਸਦਾ ਹੈਗਾ ਤਾਂ ਹੈਲਪਰ ਟੀ ਸੈੱਲ ਨੇ ਜਿਹੜੇ ਉਹ ਭੱਜੇ ਆਉਂਦੇ ਨੇ ਉਹਦੇ ਵੱਲ ਨੂੰ ਅਟਰੈਕਟ ਹੁੰਦੇ ਨੇ ਤੇ ਆ ਕੇ ਉਸ ਨੂੰ ਕੈਪਚਰ ਕਰਦੇ ਨੇ। ਸੋ ਇਹ ਵੇਰੀਅਸ AP cells, AP means antigen presenting cells ਨੇ ਜਿਹੜੇ these are monocytes in blood। ਬਲੱਡ ਦੇ ਵਿੱਚ ਮੋਨੋਸਾਈਟਸ ਨੇ ਅਸੀਂ ਪਹਿਲਾਂ ਵੀ ਕਿੰਨੇ ਵਾਰੀ ਕਰ ਚੁੱਕੇ ਹਾਂ ਵੀ ਬਲੱਡ ਦੇ ਵਿੱਚ ਮੋਨੋਸਾਈਟਸ ਨੇ ਉਹ ਫਿਰ 8-10 ਘੰਟੇ ਬਲੱਡ ਦੇ ਅੰਦਰ ਚੱਕਰ ਲਾਉਂਦੇ ਨੇ ਸਾਈਜ਼ ਦੇ ਵਿੱਚ ਬੜੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਉਹ ਟਿਸ਼ੂਆਂ ਦੇ ਵਿੱਚ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ ਹਿਸਟੋਸਾਈਟਸ। ਦੇ ਆਰ ਪ੍ਰੈਜ਼ੈਂਟ ਇਨ ਦ ਟਿਸ਼ੂਸ ਇਨ ਮੈਕਰੋਫੇਜਸ ਵੀ ਕਹਿੰਦੇ ਨੇ ਅਸੀਂ। ਸੈਕੰਡ ਟਾਈਪ ਦਿਸ ਇਜ਼ ਬੀ ਲਿੰਫੋਸਾਈਟਸ। ਜਿਹੜੇ ਬੀ ਲਿੰਫੋਸਾਈਟਸ ਹੈਗੇ ਨੇ ਉਹ ਵੀ ਇਹਨਾਂ ਵਜੋਂ ਐਂਟੀਜਨ ਪ੍ਰੈਜ਼ੈਂਟਿੰਗ ਸੈਲਸ ਵਜੋਂ ਐਕਟ ਕਰ ਸਕਦੇ। Then the third one they are dendrites। ਤੁਸੀਂ ਨਿਊਰੋਨਸ ਪੜ੍ਹੇ ਹੋਣਗੇ ਉਹਨਾਂ ਦੀਆਂ ਪ੍ਰੋਸੈਸਸ ਹੁੰਦੀਆਂ ਨੇ ਲੰਬੀਆਂ ਲੰਬੀਆਂ ਜੇ ਉਹ ਨਹੀਂ ਕਾਬੂ ਚ ਆਉਂਦਾ ਫਿਰ ਉਹਨੂੰ ਉਸ ਤਰ੍ਹਾਂ ਨਾਲ ਫੜ ਕੇ ਫਿਰ ਐਨਗਲਫ ਕਰ ਲੈਂਦਾ। So these are dendritic cells like Langerhans cells of the epidermis of the skin। ਹੁਣ ਅਸੀਂ ਅੱਗੇ ਚੱਲਦੇ ਹਾਂ ਲਾਈਨਸ ਆਫ ਡਿਫੈਂਸ। ਲਾਈਨ ਆਫ ਡਿਫੈਂਸ ਦੇ ਵਿੱਚ ਇਹਨਾਂ ਨੂੰ ਵੰਡ ਲਿਆ ਤਾਂ ਵੰਡ ਕੇ ਇਹਨਾਂ ਦੇ ਫਸਟ ਲਾਈਨ ਦੇ ਵਿੱਚ ਕਿਹੜੀ ਇਮਿਊਨਿਟੀ ਲਈ ਗਈ ਹੈ ਫਿਜ਼ੀਕਲ ਐਂਡ ਫਿਜ਼ੀਓਲੋਜੀਕਲ ਬੈਰੀਅਰਸ। ਪਹਿਲੇ ਫਰੰਟ ਲਾਈਨ ਤੇ ਸਭ ਤੋਂ ਪਹਿਲਾਂ ਸਾਰਿਆਂ ਕੋਲੇ ਹੈਗੀ ਹੈ। ਸੋ ਇਹ ਜਿਹੜੀਆਂ ਹੈਗੀਆਂ ਨੇ ਬਾਏ ਨੇਚਰ ਬਾਏ ਬਰਥ ਹਰ ਕੋਲੇ ਹੈ ਕੋਈ ਵੀ ਇਨਸਾਨ ਹੈ ਜਾਨੀ ਜਿਹਦੇ ਕੋਲੇ ਇਹ ਇਮਿਊਨਿਟੀ ਨਹੀਂ ਹੈ। then the second one second line ਦੇ ਵਿੱਚ ਕੀ ਆ ਗਿਆ ਸੈਲੂਲਰ ਜਾਂ ਸਾਈਟੋਕਾਈਨ ਬੈਰੀਅਰਸ। ਤਾਂ ਇਹ ਜਿਹੜਾ ਹੈਗਾ ਸੈਲੂਲਰ ਬੈਰੀਅਰਸ ਇਹ ਜਿਸ ਤਰ੍ਹਾਂ ਨਾਲ ਅਸੀਂ ਐਕਵਾਇਰ ਕਰਦੇ ਹੈਗੇ ਆ ਬਾਹਰੋਂ ਪ੍ਰਾਪਤ ਕਰਦੇ ਹੈਗੇ ਆ ਜਾਂ ਸਾਈਟੋਕਾਈਨਸ ਜੇ ਉਹਨੂੰ ਵਾਇਰਸ ਇਨਫੈਕਸ਼ਨ ਹੋਊਗੀ ਤਾਂ ਹੀ ਜਿਹੜੇ ਹੈਗੇ ਨੇ ਇੰਟਰਫੇਰੋਨਸ ਪੈਦਾ ਹੋਣਗੇ। ਤੇ ਥਰਡ ਲਾਈਨ ਐਕਵਾਇਰਡ ਔਰ ਅਡੈਪਟਿਵ ਇਮਿਊਨਿਟੀ। ਬਾਕੀ ਜਿਹੜੀਆਂ ਬਚ ਗਈਆਂ ਉਹ ਇਹਦੇ ਚ ਆ ਜਾਂਦੀਆਂ ਨੇ ਡਿਊ ਟੂ ਅਡੈਪਟੇਸ਼ਨ
ਵੱਖ-ਵੱਖ ਤਰ੍ਹਾਂ ਦੀਆਂ ਸਪੈਸੀਫਿਕ ਇਮਿਊਨਿਟੀਜ਼ ਜਿਹੜੀਆਂ ਹੈਗੀਆਂ ਨੇ ਦੇ ਆਰ ਇਨ ਦ ਥਰਡ ਲਾਈਨ। ਐਂਟੀਬਾਡੀਜ਼ बहुत important, very important topic, that is antibodies. These are immunoglobulins. Immunity ਤਾਂ ਅਸੀਂ ਸਾਰਾ ਪੜ੍ਹੀ ਜਾਂਦੇ ਹਾਂ। ਸੋ ਜਿਹੜੇ ਸਾਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ। Globulins means type of proteins. ਸੋ ਬਲੱਡ ਦੇ ਅੰਦਰ ਇੱਕ ਤਰ੍ਹਾਂ ਦੇ ਪ੍ਰੋਟੀਨਸ ਪਏ ਨੇਗੇ ਜਿਨ੍ਹਾਂ ਨੂੰ ਅਸੀਂ ਇਮਿਊਨੋਗਲੋਬੂਲਿਨਸ ਕਹਿੰਦੇ हैं। ਤਾਂ ਉਹ ਇਮਿਊਨੋਗਲੋਬੂਲਿਨਸ ਸਾਡੇ ਸਰੀਰ ਦੀ ਸੁਰੱਖਿਆ ਕਰਦੇ ਨੇ, ਸਾਨੂੰ ਡਿਫੈਂਸ ਕਰਦੇ ਨੇ, ਪ੍ਰੋਟੈਕਟ ਕਰਦੇ ਨੇ ਅਗੇਂਸਟ ਐਂਟੀਜਨਸ। ਹੁਣ ਇੱਥੇ ਅਸੀਂ ਦੇਖੀਏ ਇਹ ਜਿਹੜੀਆਂ ਹੈਗੀਆਂ ਨੇ these are alpha globulins। ਐਂਟੀਬਾਡੀਜ਼ ਜਿਹੜੀਆਂ ਹੈਗੀਆਂ ਨੇ very important question for the test। alpha globulins ਹੈਗੀਆਂ ਨੇ IgG। ਅਸੀਂ ਮੇਨ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਬਲੱਡ ਦੇ ਅੰਦਰ ਪਹਿਲਾਂ ਵੀ ਅਸੀਂ ਕਰ ਚੁੱਕੇ ਹਾਂ। ਦੇ ਆਰ ਅਪਰੋਕਸੀਮੇਟ 80%। ਸੋ ਜਿਹੜਾ ਜ਼ਿਆਦਾ ਹੁੰਦਾ ਉਹਨੂੰ ਇਹ ਰਿਪਰੈਜ਼ੈਂਟ ਕੀਤਾ ਜਾਂਦਾ। ਸੋ IgG ਜਿਹੜਾ ਹੈਗਾ ਉਹਦਾ ਮਾਡਲ ਹੈ ਜਿਹੜਾ ਅਸੀਂ ਲੈਂਦੇ ਹਾਂ। these are glycoproteins। ਇਹ ਵੀ ਟੈਸਟਾਂ ਦੇ ਵਿੱਚ ਪੁੱਛ ਲਿਆ ਜਾਂਦਾ ਵੀ ਕਿਹੜੀ ਤਰ੍ਹਾਂ ਦੇ ਪ੍ਰੋਟੀਨਸ ਹੈਗੇ ਨੇ। these are glycoproteins। ਲਿਪੋਪ੍ਰੋਟੀਨਸ ਵੀ ਹੋ ਸਕਦੇ ਨੇ, ਗਲਾਈਕੋਪ੍ਰੋਟੀਨਸ ਵੀ ਹੋ ਸਕਦੇ ਨੇ, ਪਰ ਇੱਥੇ these are glycoproteins। ਹੁਣ ਅਸੀਂ ਦੇਖਦੇ ਹਾਂ ਜਿਹੜੀ ਐਂਟੀਬਾਡੀ ਹੈ ਇਹਦੀ ਸਟਰਕਚਰ ਕੀ। it is a Y shape as you see in the picture diagram। it is a Y shape ਹੈਗੀ ਹੈ ਜੀ having tetrapeptide। 4 tetra means 4 peptide ਲੜੀਆਂ ਨੇ। ਸੋ 4 ਲੜੀਆਂ ਨੇ ਪੈਪਟਾਈਡ ਮੋਲੀਕਿਊਲ ਹੈਗਾ tetrapeptide molecule। so formed of H2L2। H2 heavy chain, L2 light chain। ਜਿਹੜੇ heavy chains ਜਿਹੜੀਆਂ ਹੈਗੀਆਂ ਨੇ ਉਹ 2 ਨੇ। ਆ 2 heavy chains ਜਿਹੜੀਆਂ ਲੰਬੀਆਂ ਲੜੀਆਂ ਨੇ 2 heavy chains ਨੇ ਤੇ ਸਾਈਡਾਂ ਤੇ 2 light chains। ਹੁਣ ਇਹਨਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ all these chains they are held by disulfide bonds। disulfide bonds ਨੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਜਗ੍ਹਾ ਤੇ ਰੱਖਿਆ ਹੋਇਆ। ਤੇ ਆ ਇੱਕ ਜਗ੍ਹਾ ਹੈਗੀ ਆ ਮੋੜ, ਆ ਬੈਂਡ ਹੈਗਾ, ਇਸ ਬੈਂਡ ਨੂੰ ਅਸੀਂ ਕਹਿੰਦੇ ਆ ਹਿੰਜ। ਇਹ ਹਿੰਜ ਤੇ ਆ ਕੇ ਫਲੈਕਸੀਬਲ ਹੁੰਦਾ ਹਿੰਜ। इथों थोड़ा बहुत एंटीबॉडी है जी बेंड कर सकती है, थोड़ी फ्लैक्सीबल है। तो इस जड़ियाँ 2 रीजनस है, एक वेरीएबल रीजन है, दोनों आर्म्स के उत्ते हैगा वेरीएबल रीजन। सिमिलर होंदा इक्को जिहा होंदा दोनों आर्म्स के उत्ते। ते बाकी जिहड़ा हैगा दैट इज कांस्टेंट रीजन। जिहड़ा कांस्टेंट रीजन है वो सारिਆਂ ਦਾ ਇੱਕੋ ਜਿਹਾ ਹੁੰਦਾ, ਉਹਨੂੰ ਅਸੀਂ ਕ੍ਰਿਸਟਲਾਈਜ਼ ਕਰ ਸਕਦੇ ਹਾਂ, ਉਹਨੂੰ ਅਸੀਂ ਰਵੇ ਬਣਾ ਕੇ ਜਮਾ ਕੇ ਰੱਖ ਸਕਦੇ ਹਾਂ। ਤੇ ਜਿਹੜਾ ਵੇਰੀਏਬਲ ਰੀਜਨ ਹੈਗਾ ਇਟ ਵੇਰੀ ਕਰਦਾ ਅਕੋਰਡਿੰਗ ਟੂ ਦ ਐਂਟੀਜਨ। ਹੁਣ ਇੱਥੇ ਜਿਵੇਂ ਅਸੀਂ ਦੇਖਦੇ ਹਾਂ ਵੀ ਹਰੇਕ ਲੌਕ ਨੂੰ ਹਰੇਕ ਕੀ ਨਹੀਂ ਯੂਜ਼ ਹੋ ਸਕਦੀ, ਇਸੇ ਤਰ੍ਹਾਂ ਹੀ ਹਰੇਕ ਐਂਟੀਬਾਡੀ ਹਰੇਕ ਐਂਟੀਜਨ ਲਈ ਕੰਮ ਨਹੀਂ ਕਰ ਸਕਦੀ। ਸੋ ਇਹਨਾਂ ਦੇ ਸਪੈਸੀਫਿਕ ਖਾਸ ਐਂਟੀਜਨ ਵਾਸਤੇ ਖਾਸ ਐਂਟੀਬਾਡੀ ਹੁੰਦੀ ਹੈ। ਤਾਂ ਇਹਨਾਂ ਦੇ ਵਿੱਚ ਦੇਖੋ ਦੇ ਫਿਟ ਲਾਈਕ ਲੌਕ ਐਂਡ ਕੀ। ਤਾਂ ਇੱਥੇ ਆ ਐਂਟੀਜਨ ਹੈਗਾ, ਦੇਖੋ ਇਹਦੇ ਆ ਜਿਹੜੇ ਹੈਗੇ ਨੇ ਚੇਨਸ ਹੈਗੀਆਂ ਨੇ, ਇੱਕ ਲਾਈਟ ਚੇਨ ਹੈ, ਇੱਕ ਹੈਵੀ ਚੇਨ ਹੈਗੀ ਹੈ। ਤਾਂ ਉਹਨਾਂ ਦੇ ਵਿੱਚ ਵੇਰੀਏਬਲ ਰੀਜਨ ਹੈ, ਵੇਰੀਏਬਲ ਰੀਜਨ। ਅਸੀਂ ਜਿਹੜਾ ਐਂਟੀਜਨ ਦੇ ਉੱਤੇ ਪੜਿਆ ਹੈਗਾ, ਐਂਟੀਜਨ ਦੇ ਉੱਤੇ ਜਿਹੜਾ ਕੀ ਹੁੰਦਾ ਉਹ ਐਪੀਟੋਪ ਰੀਜਨ ਹੁੰਦਾ ਹੈਗਾ। ਤਾਂ ਐਪੀਟੋਪ ਰੀਜਨ ਹੈ ਜਿਹੜਾ ਦੈਟ ਇਜ਼ ਦ ਐਕਟਿਵ ਪਾਰਟ, ਤੇ ਉਹਨੂੰ ਜਾ ਕੇ ਜਕੜ ਲੈਂਦਾ ਪੈਰਾਟੋਪ ਰੀਜਨ ਆਫ ਦ ਐਂਟੀਬਾਡੀ। ਐਂਟੀਬਾਡੀ ਦਾ ਜਿਹੜਾ ਹਿੱਸਾ ਹੈਗਾ ਦਿਸ ਇਜ਼ ਦ ਪੈਰਾਟੋਪ ਰੀਜਨ। ਤਾਂ ਇਹ ਬਿਲਕੁਲ ਉਹਦੇ ਅਕੋਰਡਿੰਗ ਬਣਿਆ ਹੋਇਆ, ਉਹਦੇ ਵਿੱਚ ਫਿੱਟ ਹੋਣ ਵਾਸਤੇ ਬਣਿਆ ਹੋਇਆ।
सो इसे करके खास जड़ियाँ एंटीबॉडीज होंदियां ने वो खास एंटीजन को जकड़दियां ने ते उन्हां नूं पकड़ लैंदियां। तां इत्थे हुण जे असीं इन्हां दी गल करदे हां टाइप्स दी, these are 5 types, 5 तरह दियां ने। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲਵਾਂਗੇ IgA। ਪਹਿਲੀ ਸਭ ਤੋਂ ਪਹਿਲੀ ਟਾਈਪ ਹੈ IgA, ਇਹਨੂੰ ਅਲਫਾ ਟਾਈਪ ਵੀ ਕਿਹਾ ਜਾਂਦਾ ਹੈ। ਤਾਂ ਇਹ ਸਾਡੇ ਬਲੱਡ ਦੇ ਅੰਦਰ 10 ਤੋਂ 15% ਤੱਕ ਪਈਆਂ ਨੇ। These are present 10 to 15%. Milk secreted, first milk secreted by mother, that is colostrum, ਉਹਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਂਦੀਆਂ। ਪੈਸਿਵ ਇਮਿਊਨਿਟੀ ਅਸੀਂ ਪੜ੍ਹੀ ਹੈ, ਨੈਚੁਰਲ ਪੈਸਿਵ ਇਮਿਊਨਿਟੀ। ਸੋ ਕੋਲੈਸਟਰੋਲ ਦੇ ਵਿੱਚ ਪਈਆਂ ਨੇ ਤੇ ਗੈਸਟ੍ਰੋਇੰਟੇਸਟਾਈਨਲ ਸਕ੍ਰੀਸ਼ਨਸ। ਗੈਸਟ੍ਰੋਇੰਟੇਸਟਾਈਨਲ, ਜੇ ਤੁਸੀਂ ਕਦੇ ਦੇਖਿਆ ਹੋਣਾ ਕਬੂਤਰ ਆਪਣੇ ਬੱਚਿਆਂ ਨੂੰ ਚੁੰਝ ਤੋਂ ਆਪਾਂ ਕਹਿੰਦੇ ਹਾਂ ਦੁੱਧ ਪਿਆਉਂਦੇ ਨੇ ਤੇ ਉਹ ਇੰਨਾ ਜ਼ਿਆਦਾ ਵਧੀਆ ਹੁੰਦਾ ਜਿਹਦੇ ਕਾਰਨ ਜਿਹੜਾ ਉਹਦਾ ਚੂਚਾ ਹੈਗਾ ਉਹ ਇੱਕ ਦਿਨ ਦੇ ਵਿੱਚ ਦੁੱਗਣੇ ਭਾਰ ਦਾ ਹੋ ਜਾਂਦਾ। ਜੇ ਦਿਨ ਉਹ ਐਗ ਦੇ ਵਿੱਚੋਂ ਨਿਕਲਦਾ ਤਾਂ ਉਸ ਦਿਨ ਉਹ ਉਸ ਤੋਂ ਅਗਲੇ ਦਿਨ ਇੰਨਾ ਪ੍ਰੋਟੀਨੇਸ਼ੀਅਸ, ਹਾਈਲੀ ਪ੍ਰੋਟੀਨੇਸ਼ੀਅਸ ਹੁੰਦਾ, ਉਹ ਨਿਊਟ੍ਰੀਸ਼ੀਅਸ, ਜਿਹਦੇ ਨਾਲ ਉਹਦਾ weight ਹੈ ਜਿਹੜਾ ਉਹ ਡਬਲ ਹੋ ਜਾਂਦਾ ਤੇ ਨਾਲ ਹੀ ਉਹਨੂੰ ਪ੍ਰੋਟੈਕਸ਼ਨ ਹੈ ਜਿਹੜੀ ਪੈਸਿਵ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਇਮਿਊਨਿਟੀ ਹੈ ਜਿਹੜੀ ਉਹਦੇ ਤੋਂ ਦਿੱਤੀ ਜਾਂਦੀ। ਸੋ ਦਿਸ ਇਜ਼ ਪੈਰਲਲ ਟੂ ਦ colostrum, but it is treated by the gastrointestinal tract. Then next second is IgD, immunoglobulin D, delta. So delta ਜਿਹੜੀ ਹੈਗੀ ਹੈ 0.2% ਬਿਲਕੁਲ ਥੋੜੀ ਹੈਗੀ ਹੈ in the blood surface of the B cells ਤੇ ਉਹਨਾਂ ਨੂੰ ਐਕਟੀਵੇਟ ਕਰਦੀ ਹੈ। B ਸੈੱਲਾਂ ਦੇ ਸਰਫੇਸ ਦੇ ਉੱਤੇ ਪਈਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਐਕਟੀਵੇਟ ਕਰਦੀਆਂ ਨੇ, ਉਹਨਾਂ ਨੂੰ ਐਂਟੀਬਾਡੀਜ਼ ਬਣਾਉਣ ਵਾਸਤੇ ਚੁਸਤ ਕਰਦੀਆਂ ਨੇ, ਸਟਿਮੂਲੇਟ ਕਰਦੀਆਂ। IgE ਐਪਸਾਈਲਨ, ਇਹ ਸਭ ਤੋਂ ਘੱਟ ਹੈਗੇ ਨੇ, ਲੈਸ ਦੈਨ 0.1%। They are present on the mast cell, basophil, ਮਾਸਟ ਸੈਲ ਜਾਂ ਬੇਸੋਫਿਲ ਦੇ ਸਰਫੇਸ ਦੇ ਉੱਤੇ ਪਏ। ਇਹ ਕਾਹਦੇ ਚ ਹੈਲਪ ਕਰਦੇ ਨੇ? ਦੇ ਹੈਲਪ ਇਨ ਰਿਲੀਜ਼ ਆਫ ਹਿਸਟਾਮਾਈਨ। ਅਸੀਂ ਪੜਿਆ ਪਿੱਛੇ ਵੀ ਜਿਹੜਾ ਹਿਸਟਾਮਾਈਨ ਹੈਗਾ ਉਹ ਜਦੋਂ ਕੋਈ ਤੁਹਾਡੇ ਜ਼ਹਿਰੀਲੀ ਚੀਜ਼ ਲੱਗਦੀ ਹੈ, ਸਵੈਲਿੰਗ ਹੋਣੀ ਹੈ, ਤਾਂ ਉੱਥੇ ਕੀ ਹੈ, ਮਾਸਟ ਸੈਲ ਨੇ ਜਿਹੜੇ ਟੁੱਟ ਜਾਂਦੇ। ਸੋ ਇੱਥੇ ਜਿਹੜੇ ਹੈਗੇ ਨੇ ਇਹਨਾਂ ਦੇ ਸਰਫੇਸ ਦੇ ਉੱਤੇ ਪਈਆਂ ਨੇ ਤਾਂ ਉਹ ਮਾਸਟ ਸੈਲਾਂ ਨੂੰ ਟੁੱਟਣ ਦੇ ਵਿੱਚ ਹੈਲਪ ਕਰਨੀ ਹੈ ਤਾਂ ਕਿ ਹਿਸਟਾਮਾਈਨ ਜਿਹੜਾ ਹੈਗਾ ਉਹ ਰਿਲੀਜ਼ ਹੋ ਸਕੇ। ਤਾਂ that is why they are involved in allergic reactions or hypersensitive reactions. Next is IgG, immunoglobulin G। ਜਿਹੜਾ immunoglobulin G ਹੈਗਾ ਇਹ ਸਭ ਤੋਂ ਜ਼ਿਆਦਾ ਪਿਆ ਸਾਡੇ ਬਲੱਡ ਦੇ ਅੰਦਰ। ਅਪਰੋਕਸੀਮੇਟ 80% ਜਿਹੜਾ ਹੈਗਾ ਉਹ ਪਿਆ ਹੈਗਾ। ਇਹ ਪ੍ਰੈਜ਼ੈਂਟ ਇਨ ਬਲੱਡ, ਲਿੰਫ, ਇੰਟੈਸਟਾਈਨ, ਸਾਰੇ ਕਿਤੇ ਹੈ। ਪ੍ਰੋਟੈਕਟ ਅਗੇਂਸਟ ਬੈਕਟੀਰੀਆ, ਵਾਇਰਸ, ਐਨਹਾਂਸ ਫੈਗੋਸਾਈਟੋਸਿਸ, ਬੈਕਟੀਰੀਆ ਤੇ ਵਾਇਰਸ ਤੋਂ ਬਚਾਉਂਦਾ ਸਾਨੂੰ, ਫੈਗੋਸਾਈਟੋਸਿਸ ਨੂੰ ਵਧਾਉਂਦਾ। ਫੈਗੋਸਾਈਟੋਸਿਸ ਮੀਨਸ engulfing the antigens, ਜਿਹੜੇ ਵੱਡੇ ਸੈੱਲ ਨੇ ਉਹਨਾਂ ਨੂੰ ਅੰਦਰ ਨਿਕਲ ਜਾਂਦੇ, ਸੋ ਉਸ ਨੂੰ ਘੇਰਿਆਂ ਨੂੰ ਵਧਾਉਂਦਾ ਹੈ। ਨਿਊਟਰਲਾਈਜ਼ ਟੌਕਸਿਨਸ, ਜ਼ਹਿਰਾਂ ਨੂੰ ਖਤਮ ਕਰਦਾ, ਨਿਊਟਰਲ ਕਰ ਦੇਣਾ। ਜੇ ਐਸਿਡ ਨੇ ਬੇਸ ਹੋ ਜਾਣਗੇ, ਬੇਸ ਐਸਿਡ ਤੇ ਬੇਸ ਮਿਲ ਕੇ ਉਦਾਸੀਨ ਹੋ ਜਾਂਦੇ ਨੇ, ਦੋਨਾਂ ਦਾ ਅਸਰ ਖਤਮ ਹੋ ਜਾਂਦਾ। ਸੋ ਇਸ ਤਰ੍ਹਾਂ ਨਾਲ ਨਿਊਟਰਲਾਈਜ਼ ਟੌਕਸਿਨਸ ਐਂਡ ਕੰਪਲੀਮੈਂਟ ਐਕਟੀਵੇਸ਼ਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵਧਾਉਂਦਾ। ਕੰਪਲੀਮੈਂਟਸ ਪੜ੍ਹੇ ਨੇ ਅਸੀਂ। ਸੋ ਕੰਪਲੀਮੈਂਟਸ ਜਿਹੜੇ ਹੈਗੇ ਨੇ 20 ਪ੍ਰੋਟੀਨਸ ਦਾ ਗਰੁੱਪ ਹੈਗਾ ਜਿਹੜੇ ਕਿ ਪੋਰਸ ਬਣਾ ਦਿੰਦੇ ਨੇ, ਛੇਕ ਬਣਾ ਦਿੰਦੇ ਨੇ ਸੈੱਲ ਦੇ ਅੰਦਰ। ਸੋ ਉਸ ਨੂੰ ਵੀ ਉਹਦੇ ਕੰਮ ਨੂੰ ਵੀ ਇਹ ਵਧਾਉਂਦਾ। ਐਂਡ ਦ ਲਾਸਟ ਵਨ ਇਜ਼ ਇਮਿਊਨੋਗਲੋਬੁਲਿਨ M, ਮਿਊ। ਜਿਹੜਾ ਮਿਊ ਹੈਗਾ ਦਿਸ ਇਜ਼ 5 to 10% ਬਲੱਡ ਦੇ ਅੰਦਰ। These are the largest one। ਇਹ ਸਭ ਤੋਂ ਵੱਡੇ ਸਾਈਜ਼ ਦੀਆਂ ਨੇਗੀਆਂ
ਇਹ ਤਕਰੀਬਨ ਜਿਹੜੀਆਂ ਹੈਗੀਆਂ ਨੇ 5 ਗੁਣਾ IgG ਤੋਂ 5 ਗੁਣਾ ਜ਼ਿਆਦਾ ਵੱਡੀਆਂ ਨੇ। ਪਰ ਉਹਦੇ ਨਾਲੋਂ ਦੇਖੋ 500 ਤੋਂ 1000 ਗੁਣਾ ਜ਼ਿਆਦਾ ਇਫੈਕਟਿਵ ਨੇ। 500 ਤੋਂ 1000 ਗੁਣਾ ਜ਼ਿਆਦਾ ਇਫੈਕਟਿਵ ਨੇ, ਜ਼ਿਆਦਾ ਅਸਰਦਾਇਕ ਹੈਗੀਆਂ ਨੇ। ਸੋ ਮੋਰ ਐਕਟਿਵ ਇਨ ਐਗਲੂਟੀਨੇਸ਼ਨ ਜਮਾ ਦਿੰਦੀਆਂ ਨੇ, ਛੇਤੀ ਜਮਾਉਂਦੀਆਂ ਨੇ। अर्लीस्ट फॉर्म्ड ਕਿਸੇ ਵੀ ਫੀਟਸ ਦੇ ਵਿੱਚ ਸਭ ਤੋਂ ਪਹਿਲਾਂ ਬਣਨ ਵਾਲੀਆਂ ਜਿਹੜੀਆਂ ਇਮਿਊਨੋਗਲੋਬੂਲਿਨਸ ਹੈਗੀਆਂ ਨੇ, these are IgM because they are most effective। ਤੇ ਨਾਲ ਦੀ ਨਾਲ ਹੀ ਕੀ ਹੈਗਾ 5 times IgG, 5 ਗੁਣਾ ਜ਼ਿਆਦਾ IgG ਤੋਂ 5 ਗੁਣਾ ਜ਼ਿਆਦਾ ਸਾਈਜ਼ ਦੇ ਵਿੱਚ ਨੇ ਤੇ 500 ਤੋਂ 1000 ਗੁਣਾ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਉਹ ਤੇਜ਼ੀ ਦੇ ਨਾਲ ਕੰਮ ਕਰਦੀਆਂ ਨੇ, ਜ਼ਿਆਦਾ ਅਸਰਦਾਰ ਨੇ। ਤੇ ਇਹਨਾਂ ਦੇ ਯੂਜ਼ਸ ਤੇ ਆ ਜਾਈਏ ਜੇ ਅਸੀਂ ਯੂਜ਼ਸ, these are the uses of antibodies। ਤਾਂ ਇਹਨਾਂ ਦਾ ਸਾਨੂੰ ਫਾਇਦਾ ਕੀ? ਸਭ ਤੋਂ ਪਹਿਲਾਂ ਐਂਟੀਬਾਡੀਜ਼ ਨੇ ਜਿਹੜੀਆਂ ਦੇ ਰੈਕੋਗਨਾਈਜ਼ ਪੈਥੋਜਨਸ। ਅਸੀਂ ਜਿੰਨਾ ਵੀ ਪੜ੍ਹਿਆ ਉਹ ਇਹੀ ਪੜ੍ਹਦੇ ਹੈਗੇ ਵੀ ਇਹ ਪੈਥੋਜਨਸ ਨੂੰ ਪਹਿਚਾਣ ਲੈਂਦੀਆਂ। ਆ ਦੇਖੋ ਪੈਥੋਜਨਸ ਨੂੰ ਫੜ ਲੈਂਦੀਆਂ, ਜਕੜ ਲੈਂਦੀਆਂ। ਇਹ ਤੋਂ ਬਿਨਾਂ ਹੋਰ ਵੀ ਕੰਮ ਨੇ ਇਹਦੇ। ਹੋਰ ਕਿਹੜੇ ਕੰਮ ਨੇ? ਦੇ ਡਾਇਗਨੋਸ ਪ੍ਰੈਗਨੈਂਸੀਜ਼, ਪ੍ਰੈਗਨੈਂਸੀ ਪਤਾ ਲਾਉਂਦੀਆਂ, ਅਲਰਜੀਜ਼ ਦਾ ਪਤਾ ਲੱਗਦਾ ਹੈ, ਐਂਡ ਡਿਜ਼ੀਜ਼ਸ ਤੇ ਬਿਮਾਰੀਆਂ ਦਾ ਵੀ ਪਤਾ ਲਾਇਆ ਜਾ ਸਕਦਾ ਹੈ। ਸੱਚ ਐਸ ਕਿਹੜੀਆਂ ਨੇ? ਹੈਪੇਟਾਈਟਸ, ਰੇਬੀਜ਼। ਰੇਬੀਜ਼ ਕੀ ਹੁੰਦੀ ਹੈ? ਹਲਕਾ ਕੁੱਤਾ ਕੱਟ ਲੈਂਦਾ ਤਾਂ ਰੇਬੀਜ਼ ਹੋ ਸਕਦੀ ਹੈ। ਸੋ ਉਸ ਬਿਮਾਰੀ ਦਾ ਵੀ ਪਤਾ ਲੱਗਦਾ, ਇਹਦੇ ਤੋਂ ਪਤਾ ਲਾਉਂਦੀਆਂ ਨੇ। ਤੇ ਕੁਝ STDs ਵੀ ਹੈਗੀਆਂ ਨੇ ਟੂ ਡਿਟੈਕਟ ਕੈਂਸਰ ਐਟ ਅਰਲੀ ਸਟੇਜ। ਜਿਹੜਾ ਕੈਂਸਰ ਹੈਗਾ ਬੜੀ ਜਲਦੀ ਛੇਤੀ ਪਹਿਲਾਂ ਵਾਲੀ ਸਟੇਜ ਦੇ ਵਿੱਚ ਜਿਹੜਾ ਹੈਗਾ ਇਹਦੇ ਨਾਲ ਪਤਾ ਲਾਇਆ ਜਾ ਸਕਦਾ। ਐਂਟੀਬਾਡੀਜ਼ ਪਛਾਣ ਲੈਂਦੀਆਂ ਨੇ ਕੈਂਸਰ ਸੈੱਲਾਂ ਨੂੰ ਤੇ ਨਾਲ ਹੀ ਨਾਲ ਉਹਨਾਂ ਦੇ ਅਟੈਕ ਵੀ ਕਰਦੀਆਂ, ਕੁਛ ਹੱਦ ਤੱਕ ਉਹਨਾਂ ਦਾ ਮੁਕਾਬਲਾ ਕਰਦੀਆਂ ਨੇ ਕੈਂਸਰ ਸੈੱਲਾਂ ਦਾ ਤੇ ਉਹਨਾਂ ਨੂੰ ਘਟਾਉਂਦੀਆਂ ਨੇ, ਕੈਂਸਰ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦੀਆਂ ਨੇ ਸਰੀਰ। ਤੇ ਹੁਣ ਜੇ ਅਸੀਂ ਅੱਗੇ ਦੇਖਦੇ ਹੈਗੇ ਮੋਨੋਕਲੋਨਲ ਐਂਟੀਬਾਡੀਜ਼। ਮੋਨੋਕਲੋਨਲ ਐਂਟੀਬਾਡੀਜ਼, ਮੋਨੋ ਮੀਨਸ one, ਕਲੋਨ ਗਰੁੱਪ ਆਫ ਸੈਲਸ ਸਿਮਿਲਰ, ਜਿਹੜੇ ਬਿਲਕੁਲ ਇੱਕੋ ਜਿਹੇ ਸੈੱਲ ਹੁੰਦੇ ਨੇ ਉਹਨਾਂ ਦਾ ਜਿਹੜਾ ਸਮੂਹ ਹੁੰਦਾ ਉਹਨਾਂ ਦੇ ਵਿੱਚੋਂ ਜੇ ਅਸੀਂ ਇੱਕ ਸੈੱਲ ਲੈ ਲਈਏ ਤੇ ਉਹਦੇ ਤੋਂ ਅਸੀਂ ਕੰਮ ਕਰਵਾਈਏ, ਜਿਹੜਾ ਵੀ ਕਰਾਉਣਾ ਉਹਦੇ ਤੋਂ ਅੱਗੇ ਵੱਡਾ ਗਰੁੱਪ ਬਣਾ ਲਈਏ ਸੈੱਲਾਂ ਦਾ, ਸਾਰੇ ਬਿਲਕੁਲ ਹਰ ਪੱਖ ਤੋਂ ਟਵਿਨਸ ਹੋਣ, ਜਿਵੇਂ ਅਸੀਂ ਟਵਿਨਸ ਕਹਿ ਦਿੰਦੇ ਆ, ਆਈਡੈਂਟੀਕਲ ਟਵਿਨਸ, ਜਿਨ੍ਹਾਂ ਦੇ ਜੀਨਸ ਬਿਲਕੁਲ ਸਿਮਿਲਰ ਹੋਣਗੇ ਤੇ ਕੰਮ ਸਾਰੇ ਬਰਾਬਰ ਹੋਣਗੇ, ਇੱਕੋ ਜਿਹੇ ਹੋਣਗੇ, ਉਹਨੂੰ ਅਸੀਂ ਮੋਨੋਕਲੋਨਲ ਐਂਟੀਬਾਡੀ। ਇਹਦੇ ਨਾਲ ਅਸੀਂ ਕੰਮ ਕੀ ਕਰਾਉਣਾ? ਐਂਟੀਬਾਡੀਜ਼ ਤਿਆਰ ਕਰਵਾਉਣੀਆਂ। ਸੋ ਇੱਕੋ ਹੀ ਸੈੱਲ ਤੋਂ ਸਾਰੇ ਤਿਆਰ ਹੋਏ ਹੋਏ ਨੇ ਤਾਂ ਇੱਕੋ ਜਿਹੀ ਐਂਟੀਬਾਡੀਜ਼ ਤਿਆਰ ਕਰਨਗੇ। ਸੋ ਥੀਸ ਆਰ ਮੋਨੋਕਲੋਨਲ ਐਂਟੀਬਾਡੀਜ਼। ਹੁਣ ਇਹਨਾਂ ਨੂੰ ਕਿਵੇਂ ਤਿਆਰ ਕਰਿਆ ਜਾਂਦਾ? ਮੋਨੋਕਲੋਨਲ ਐਂਟੀਬਾਡੀਜ਼ ਨੂੰ ਤਿਆਰ ਕਰਨ ਵਾਸਤੇ ਪਹਿਲਾਂ B ਸੈੱਲ ਲਿਆ ਜਾਂਦਾ। B ਸੈੱਲ ਕਿਹੜਾ? ਜਿਹੜੀ ਐਂਟੀਬਾਡੀ ਅਸੀਂ ਤਿਆਰ ਕਰਵਾਉਣੀ ਹੈ ਉਹੀ B ਸੈੱਲ ਲਿਆ ਜਾਂਦਾ ਤੇ ਉਸ ਨੂੰ ਕੈਂਸਰ ਸੈੱਲ ਦੇ ਨਾਲ ਮਿਲਾਇਆ ਜਾਂਦਾ। ਕੈਂਸਰ ਸੈੱਲ ਤੇ B ਸੈੱਲ ਦੋਨੇ ਮਿਕਸ ਹੋ ਜਾਂਦੇ ਨੇ। ਕੈਂਸਰ ਸੈੱਲ ਕੀ ਨੇ? ਅਨਕੰਟਰੋਲਡ ਡਿਵੀਜ਼ਨ ਆਫ ਸੈੱਲ। ਤਾਂ ਇੱਥੇ ਸਾਨੂੰ ਜ਼ਿਆਦਾ ਐਂਟੀਬਾਡੀਜ਼ ਪ੍ਰਾਪਤ ਕਰਨ ਵਾਸਤੇ ਜ਼ਿਆਦਾ ਪ੍ਰੋਲੀਫਰੇਸ਼ਨ ਚਾਹੀਦੀ ਹੈ, ਜ਼ਿਆਦਾ ਮਲਟੀਪਲੀਕੇਸ਼ਨ ਚਾਹੀਦੀ ਹੈ। ਸੋ ਮਲਟੀਪਲਾਈ ਕਰਨਗੇ ਕੈਂਸਰ ਸੈੱਲ, ਪਰ ਨਾਲ ਉਹਨਾਂ ਦੇ ਕੌਣ ਮਲਟੀਪਲਾਈ ਹੋਣਗੇ? B ਸੈੱਲ। B ਸੈੱਲਾਂ ਨੇ ਕੀ ਕਰਨਾ? ਐਂਟੀਬਾਡੀਜ਼ ਤਿਆਰ ਕਰਨੀਆਂ। ਸੋ ਜ਼ਿਆਦਾ ਤੇਜ਼ ਮਲਟੀਪਲੀਕੇਸ਼ਨ ਹੋਊਗੀ ਤਾਂ ਜ਼ਿਆਦਾ ਤੇਜ਼ ਜਿਹੜੇ ਹੈਗੀਆਂ ਨੇ ਐਂਟੀਬਾਡੀਜ਼ ਪ੍ਰੋਡਿਊਸ ਹੋਣਗੀਆਂ। ਸੋ ਥੀਸ ਆਰ B ਸੈੱਲ ਪਲੱਸ ਕੈਂਸਰ ਸੈੱਲ, ਹਾਈਬ੍ਰਿਡ ਸੈੱਲ ਬਣ ਗਿਆ। ਤੇ ਉਹਨੂੰ ਇੱਕ ਖਾਸ ਤਰ੍ਹਾਂ ਦਾ ਮੀਡੀਅਮ ਦਿੱਤਾ ਜਾਂਦਾ ਤਾਂ ਉਸ ਮੀਡੀਅਮ ਦੇ ਵਿੱਚ ਇੱਕ ਪੂਰਾ ਮਾਸ ਆਫ ਹਾਈਬ੍ਰਿਡ ਸੈੱਲ ਸਾਨੂੰ ਪ੍ਰਾਪਤ ਹੁੰਦਾ ਜਿਹੜੇ ਕਿ ਹਰ ਪੱਖ ਤੋਂ ਸੇਮ ਨੇ, ਸਿਮਿਲਰ ਹੈਗੇ ਨੇ। ਉਹਨੂੰ ਅਸੀਂ ਕਹਿੰਦੇ ਹਾਂ ਹਾਈਬ੍ਰਿਡੋਮਸ। ਸੋ ਦੇ ਪ੍ਰੋਡਿਊਸ ਲਾਰਜ ਕੁਆਂਟੀਟੀ ਆਫ ਮੋਨੋਕਲੋਨਲ ਐਂਟੀਬਾਡੀਜ਼।
ਤਾਂ ਇਹ ਵੱਡੀ ਮਾਤਰਾ ਦੇ ਵਿੱਚ ਮੋਨੋਕਲੋਨਲ ਐਂਟੀਬਾਡੀਜ਼ ਬਣਾਉਂਦੇ ਨੇ because they come from a single clone of identical cells ਕਿਉਂਕਿ ਉਹ ਸਿੰਗਲ ਕਲੋਨ ਤੋਂ ਆਏ ਨੇ। ਇੱਕ ਸਮੂਹ ਸੀ ਜਿਹੜੇ ਕਿ ਬਿਲਕੁਲ ਆਇਡੈਂਟੀਕਲ ਸੀ ਗਰੁੱਪ ਆਫ ਸੈੱਲਾਂ ਦਾ, ਕਿਉਂਕਿ ਜਦੋਂ ਅਸੀਂ ਉਹਦੇ ਵਿੱਚੋਂ ਇੱਕ ਕੱਢਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਸਮਾਨਤਾਵਾਂ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੀਆਂ, ਤਾਂ ਇਹ ਜਿਹੜੀ ਉਹਦੀ ਪਿਓਰਿਟੀ ਹੈ ਉਹ ਵੱਧ ਜਾਂਦੀ ਹੈ। ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਇੱਕ ਕਲੋਨ ਲੈਂਦੇ ਹੈਗੇ ਆਇਡੈਂਟੀਕਲ ਸੈੱਲਾਂ ਦੇ ਵਿੱਚੋਂ ਤੇ ਉਹਦੇ ਤੋਂ ਫਿਰ ਕੈਂਸਰ ਸੈੱਲਾਂ ਨਾਲ ਮਿਲਾ ਕੇ ਹਾਈਬ੍ਰਿਡ ਮਾਸ ਬਣਾ ਲਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਐਂਟੀਬਾਡੀਜ਼ ਨੇ ਜਿਹੜੀਆਂ ਪ੍ਰਾਪਤ ਕੀਤੀਆਂ। ਹਾਂ ਬੇਟੇ, ਜੇ ਹੁਣ ਅਸੀਂ ਇਹਨੂੰ ਦੇਖੋ ਦੁਬਾਰਾ ਦੇਖ ਲਈਏ ਤਾਂ ਇਹਦੇ ਵਿੱਚ ਕੀ ਹੈਗਾ, ਅਸੀਂ ਕੀਤਾ ਐਂਟੀਜਨ ਪ੍ਰੈਜ਼ੈਂਟਿੰਗ ਸੈਲਸ। ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਦੇ ਵਿੱਚ ਕੀ ਸੀਗਾ ਕਿ ਇਹ ਜਿਹੜੇ ਸੀਗੇ ਐਂਟੀਜਨਸ ਨੂੰ ਪ੍ਰੈਜ਼ੈਂਟ ਕਰਦੇ ਨੇ, ਕਿਹਨੂੰ, ਹੈਲਪਰ ਟੀ ਸੈੱਲਾਂ ਨੂੰ ਪੇਸ਼ ਕਰਦੇ ਨੇ, ਕਿਉਂਕਿ ਹੈਲਪਰ ਟੀ ਸੈੱਲ ਪਛਾਣਦੇ ਨੇ, ਉਹ ਸਿੰਪਲ ਪੈਪਟਾਈਡ ਚੇਨਸ ਨੂੰ ਪਹਿਚਾਣਦੇ ਨੇ, ਵੱਡੇ ਪ੍ਰੋਟੀਨਸ ਨੂੰ ਪਹਿਚਾਣਦੇ ਨੇ। ਸੋ ਇਹਨੂੰ ਐਨਗਲਫ ਕਰ ਜਾਂਦੇ ਨੇ, ਲਾਈਸੋਸੋਮ ਨਾਲ ਮਿਲ ਕੇ ਉਹ ਕੀ ਕਰਦੇ ਹੈਗੇ ਨੇ, ਇਹਦੇ ਫ੍ਰੈਗਮੈਂਟਸ ਬਣਾ ਦਿੰਦੇ, ਪ੍ਰੋਟੀਨ ਬਣਾ ਦਿੰਦੇ ਨੇ ਤੇ ਇੱਕ ਜਿਹੜਾ ਹੈਗਾ ਪ੍ਰੋਟੀਨ ਜਿਹੜਾ ਕਿ ਰੈਕੋਗਨੀਸ਼ਨ ਹੁੰਦੀ ਹੈਗੀ ਉਸ ਨੂੰ ਉਭਾਰ ਦਿੰਦੇ ਨੇ, ਸੈੱਲ ਤੋਂ ਬਾਹਰ ਕੱਢ ਦਿੰਦੇ ਨੇ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਫਲੈਗ ਆਫ ਐਂਟੀਜਨ। ਤਾਂ ਉਸ ਫਲੈਗ ਨੂੰ ਪਹਿਚਾਣ ਕੇ ਜਿਹੜਾ ਹੈਲਪਰ ਟੀ ਸੈੱਲ ਹੈ ਉਹ ਆ ਜਾਂਦਾ ਤੇ ਆ ਕੇ ਉਸ ਨੂੰ ਪਕੜ ਕੇ ਤੇ ਜਿਹੜੇ ਜਿੱਥੇ ਵੀ ਉਹਨਾਂ ਨੇ ਕੰਮ ਕਰਵਾਉਣਾ ਹੈਗਾ, ਜਿਹਦੇ ਤੋਂ ਉਹਨਾਂ ਦਾ ਨੁਕਸਾਨ ਕਰਵਾਉਣਾ ਉਹ ਖਤਮ ਕਰਵਾਉਣਾ ਹੈ, ਉਹਦੇ ਅੱਗੇ ਪੇਸ਼ ਕਰਦੇ। ਹੁਣ ਇੱਥੇ ਆਪਾਂ ਦੋ ਤਰ੍ਹਾਂ ਨਾਲ ਕੁਝ ਦੱਸਿਆ ਹੈਗਾ ਵੀ ਜੇ ਜ਼ਿਆਦਾ ਜੇ ਐਂਟੀਬਾਡੀਜ਼ ਪ੍ਰੋਡਿਊਸ ਕਰਾਉਣੀਆਂ ਨੇ ਤਾਂ ਬੀ ਪਲਾਜ਼ਮਾ ਸੈੱਲ ਕੋਲ ਲੈ ਜਾਣਗੇ, ਨਹੀਂ ਤਾਂ ਫਿਰ ਨੈਚੁਰਲ ਕਿਲਰ ਸੈੱਲ ਕੋਲ ਲੈ ਜਾਣਗੇ ਜਿਹੜਾ ਕਿ ਮਾਰ ਪਰਫੋਰੈਂਸ ਬਣਾ। ਦੈਨ ਅਸੀਂ ਜਿਹੜਾ ਹੈਗਾ ਐਂਟੀਬਾਡੀਜ਼ ਕੀਤੀਆਂ ਨੇ, ਇਹ ਜਿਹੜੀਆਂ ਨੇ ਗੈਮਾ ਗਲੋਬੁਲਿਨਸ ਹੈਗੀਆਂ ਨੇ, ਗਲਾਈਕੋਪ੍ਰੋਟੀਨਸ ਨੇਗੀਆਂ, H2L2 ਚੇਨਾਂ ਨੇਗੀਆਂ, ਦੋ ਲਾਈਟ ਤੇ ਦੋ ਹੈਵੀ ਨੇਗੀਆਂ, ਡਾਈਸਲਫਾਈਡ ਬੌਂਡਸ ਨਾਲ ਬੱਝੀਆਂ ਹੋਈਆਂ ਨੇ। ਇਹਦੇ ਦੋ ਰੀਜਨਸ ਹੈਗੇ ਨੇ, ਵੇਰੀਏਬਲ ਐਂਡ ਕਾਂਸਟੈਂਟ। ਵੇਰੀਏਬਲ ਮੀਨਸ ਹਰੇਕ ਐਂਟੀਬਾਡੀ ਦਾ ਵੱਖੋ ਵੱਖਰਾ ਹੈ, ਐਂਟੀਜਨ ਦੇ ਮੁਤਾਬਕ ਇਹ ਹਿੱਸਾ ਜਿਹੜਾ ਸਿਰਫ ਇਹੀ ਵੇਰੀ ਕਰਦਾ, ਬਾਕੀ ਜਿਹੜਾ ਹੈਗਾ ਉਹ ਕਾਂਸਟੈਂਟ ਆ, ਉਹ ਹਰੇਕ ਜਿਹੜੀ ਹੈਗੀ ਐਂਟੀਬਾਡੀ ਉਹਦੇ ਵਿੱਚ ਇੱਕ ਹੋ ਜਾਈ ਹੈ। ਇਟ ਕੈਨ ਬੀ ਕ੍ਰਿਸਟਲਾਈਜ਼ਡ। 5 ਟਾਈਪਸ ਹੈਗੀਆਂ ਨੇ, IgA ਐਲਫਾ 10 ਤੋਂ 15% ਹੈ, ਪੈਸਿਵ ਇਮਿਊਨਿਟੀ ਪ੍ਰੋਵਾਈਡ ਕਰਦਾ ਹੈ ਕੋਲੈਸਟਰਮ। IgD ਡੈਲਟਾ ਹੈਗਾ 0.2 ਬਲੱਡ ਦੇ ਵਿੱਚ ਹੈ, B ਸੈੱਲਾਂ ਦੇ ਸਰਫੇਸ ਦੇ ਉੱਤੇ ਐਕਟੀਵੇਟ ਕਰਦਾ ਉਹਨਾਂ ਨੂੰ ਪ੍ਰੋਡਿਊਸ ਐਂਟੀਬਾਡੀਜ਼। IgE ਹੈ ਜਿਹੜਾ ਐਪਸਾਈਲਨ ਹੈਗਾ ਲੈਸ ਦੈਨ 0.1% ਹੈ, ਮਾਸਟ ਸੈੱਲਾਂ ਦੇ ਬੇਸੋਫਿਲ ਤੇ ਹੈ, ਉਹਨਾਂ ਦਾ